ਪਿੱਛੇ ਦੋ ਸ਼ਬਦ ਲਿਖ ਕੇ ਭੇਜੇ ਸਨ। ਉਹਨਾਂ ਦੀ ਵਿਚਾਰ ਤੋਂ ਪਹਿਲਾਂ ਆਪਾਂ ਸਮਝੀਏ ਕਿ ਆਪਣੀ ਲਿਵ ਪਰਮਾਤਮਾ ਨਾਲੋਂ ਕਿਵੇਂ ਟੁੱਟੀ ਹੈ। ਜੈਸੀ ਅਗਨ ਉਦਰ ਮੇਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਏਕੋ ਜਿਹੀ ਕਰਤੈ ਖੇਲ ਰਚਾਇਆ। ਕਹਿੰਦੇ ਜਿੱਦਾਂ ਦੀ ਅਗਨ ਅੰਦਰ ਹੈ ਨਾ ਮਾਤਾ ਦੇ ਗਰਭ ਦੇ ਵਿੱਚ, ਬਹੁਤ ਗਰਮੈਸ਼ ਹੁੰਦੀ ਹੈ, ਪਰ ਉਸ ਗਰਮੈਸ਼ ਦੇ ਵਿੱਚ ਬੱਚਾ ਸੁਰੱਖਿਅਤ ਰਹਿੰਦਾ ਹੈ। ਸੁਰੱਖਿਅਤ ਕਿਵੇਂ ਰਹਿੰਦਾ ਹੈ? ਸੁਰੱਖਿਅਤ ਰਹਿੰਦਾ ਹੈ ਲਿਵ ਦੇ ਕਾਰਨ। ਲਿਵ ਕਿਵੇਂ ਲੱਗੀ ਸੀ ਉਹਦੀ? ਕਿਉਂਕਿ ਉਹਨੂੰ ਤੇ ਗਿਆਨ ਨਹੀਂ ਸੀ, ਨਾ ਸਮਝ ਸੀ, ਨਾ ਬੁੱਧੀ ਸੀ, ਨਾ ਕਿਸੇ ਕੋ ਨੇ ਅਕਲ ਲਈ ਹੈ। ਹਾਲੇ ਗਰਭ ਦੇ ਵਿੱਚ ਹੀ ਹੈ ਨਾ, ਪਰ ਉਹਦੀ ਲਿਵ ਜਿਹੜੀ ਹੈ ਉਹ ਸਹਿਜ ਸੁਭਾਏ ਲੱਗੀ ਹੋਈ ਸੀ। ਕਿਉਂਕਿ ਸਰੀਰ ਦੇ ਨਾਲ ਜੇ ਮੋਹ ਨਹੀਂ ਸੀ ਬਣਿਆ, ਇੰਦਰੀਆਂ ਦੇ ਨਾਲ ਜੇ ਮਨ ਨਹੀਂ ਸੀ ਲੱਗਾ, ਨਾ ਇੰਦਰੀਆਂ ਦਾ ਪਤਾ ਸੀ ਉਹਨੂੰ, ਨਾ ਸਰੀਰ ਦਾ ਪਤਾ ਸੀ। ਬੱਚੇ ਨੂੰ ਆਪਣੇ ਸਰੀਰ ਦਾ ਪਤਾ ਨਹੀਂ ਹੁੰਦਾ। ਜਦੋਂ ਬਾਹਰ ਬੱਚਾ ਪੈਦਾ ਵੀ ਹੋ ਜਾਂਦਾ ਹੈ ਨਾ, ਉਸ ਤੋਂ ਬਾਅਦ ਵੀ ਪਹਿਲਾਂ ਦੂਸਰਿਆਂ ਦੇ ਸਰੀਰਾਂ ਦਾ ਪਤਾ ਲੱਗਦਾ ਹੈ। ਮਾਂ ਆਉਂਦੀ ਹੈ ਉਹਨੂੰ ਦੇਖਦਾ ਹੈ, ਪਿਤਾ ਆਉਂਦਾ ਹੈ ਉਹਨੂੰ ਦੇਖਦਾ ਹੈ, ਦੂਸਰਿਆਂ ਨੂੰ ਦੇਖ ਕੇ ਫਿਰ ਉਹਨੂੰ ਖਿਆਲ ਵਿੱਚ ਆਉਂਦਾ ਹੈ ਵੀ ਮੈਂ ਇਹਨਾਂ ਤੋਂ ਅਲੱਗਾ। ਭਾਸ਼ਾ ਵਿੱਚ ਐਸਾ ਨਹੀਂ ਸੋਚਦਾ ਹੈ। ਤਦੇ ਤੁਸੀਂ ਬੱਚੇ ਦੇਖਿਆ ਹੋਵੇਗਾ ਆਪਣਾ ਹੀ ਅੰਗੂਠਾ ਮੂੰਹ 'ਚ ਪਾ ਕੇ ਚੁੰਘਣਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਨੂੰ ਲੱਗਦਾ ਵੀ ਇਹ ਵੀ ਦੂਸਰੀ ਚੀਜ਼ ਹੈ ਜੀ, ਕਿਉਂ ਆਪਣੇ ਸਰੀਰ ਦਾ ਤੇ ਬੋਧ ਨਹੀਂ ਹੈ ਨਾ। ਤੇ ਮਾਂ ਦੇ ਉਦਰ ਦੇ ਵਿੱਚ ਬੱਚੇ ਨੂੰ ਅਜੇ ਬੋਧ ਨਹੀਂ ਹੈ, ਅਜੇ ਜੁੜਿਆ ਨਹੀਂ ਹੈ। ਨਾ ਉਹਨੂੰ ਖੁਰਾਕ ਦੀ ਚਿੰਤਾ ਹੈ, ਨਾ ਲੈਣ ਦੀ ਚਿੰਤਾ ਹੈ, ਨਾ ਦੇਣ ਦੀ ਚਿੰਤਾ। ਉਹਦੀ ਸਹਿਜ ਸੁਭਾਏ ਹੀ ਲਿਵ ਲੱਗੀ ਹੋਈ ਹੈ, ਕਿਉਂਕਿ ਲਿਵ ਅਜੇ ਜੁੜੀ ਨਹੀਂ ਹੈ ਕਿਤੇ ਬਾਹਰ ਸੰਸਾਰ ਦੇ ਵਿੱਚ। ਕਹਿੰਦੇ ਜੈਸੀ ਅਗਨ ਉਦਰ ਮੇਂ ਤੈਸੀ ਬਾਹਰ ਮਾਇਆ। ਪਰ ਉਸ ਅਗਨ ਦੇ ਵਿੱਚ ਲਿਵ ਲੱਗੀ ਹੋਈ ਸੀ। ਬਾਹਰ ਦੀ ਅਗਨ ਦੇ ਵਿੱਚ ਲਿਵ ਲੱਗ ਸਕਦੀ ਹੈ। ਅਗਰ ਬੱਚਾ ਲਿਵ ਲਾ ਸਕਦਾ ਹੈ, ਦੇਖੋ ਬਿਨਾਂ ਬੁੱਧੀ ਤੋਂ, ਬਿਨਾਂ ਸਮਝ ਤੋਂ, ਕਹਿੰਦੇ ਗਿਆਨ ਹੋਊਗਾ ਤੇ ਤਾਂ ਪਰਮਾਤਮਾ ਦੇ ਨਾਲ ਲਿਵ ਲੱਗੂ। ਬੱਚੇ ਨੂੰ ਕਿਹੜਾ ਗਿਆਨ ਸੀ? ਸਹਿਜ ਹੈ। ਗਿਆਨ ਕੰਮ ਆਉਂਦਾ ਹੈ ਸੰਸਾਰਿਕ ਗਿਆਨ ਛੱਡਣ ਵਾਸਤੇ, ਬੁੱਧੀ ਕੰਮ ਆਉਂਦੀ ਹੈ ਸੰਸਾਰਿਕ ਬੁੱਧੀ ਛੱਡਣ ਵਾਸਤੇ। ਪਰਮਾਤਮਾ ਨੂੰ ਪਾਉਣ ਵਾਸਤੇ ਗਿਆਨ ਕੰਮ ਨਹੀਂ ਆਉਂਦਾ ਹੈ, ਛੱਡਣ ਵਾਸਤੇ ਗਿਆਨ ਕੰਮ ਆਉਂਦਾ ਹੈ। ਮਾਇਆ ਅਗਨ ਸਭ ਏਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਕਹਿੰਦੇ ਜਦੋਂ ਪੈਦਾ ਹੋਇਆ ਨਾ ਪਰਿਵਾਰ ਨੇ ਬੜੀ ਖੁਸ਼ੀ ਮਨਾਈ, ਪਰ ਉਹਦੇ ਨਾਲ ਕੀ ਹੋਇਆ? ਲਿਵ ਛੁਟਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ।
ਜਦੋਂ ਬਾਹਰ ਆਇਆ ਮਾਂ ਦੇ ਗਰਭ 'ਚੋਂ ਤਾਂ ਉਹਦੀ ਲਿਵ ਟੁੱਟ ਗਈ। ਟੁੱਟੀ ਕਿਵੇਂ? ਬਾਹਰ ਸੰਸਾਰ ਨੂੰ ਦੇਖ ਕੇ। ਬਾਹਰ ਚਿੱਤ ਲੱਗ ਗਿਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਮੋਹ ਪੈਦਾ ਹੋ ਗਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇ, ਚੌਥੇ ਪਿਆਰ ਉਪੰਨੀ ਖੇਡ। ਬਾਹਰ ਪਿਆਰ ਲੱਗ ਗਿਆ, ਬਾਹਰ ਚਿੱਤ ਲੱਗ ਗਿਆ। ਇਹ ਆਪਣੇ ਹਨ, ਇਹ ਰਿਸ਼ਤੇਦਾਰ ਹਨ, ਇਹ ਬੇਗਾਨੇ ਹਨ, ਇਹ ਚੰਗੇ ਹਨ, ਇਹ ਮਾੜੇ ਹਨ। ਇਹਨਾਂ ਦਾ ਬੋਧ ਹੋ ਗਿਆ। ਸੋਚਣ ਲੱਗ ਪਿਆ ਬੱਚਾ ਆਪਣੇ ਬੇਗਾਨਿਆਂ ਬਾਰੇ, ਚੰਗਾ ਮਾੜਾ। ਫਿਰ ਤ੍ਰਿਸ਼ਨਾ ਲੱਗ ਗਈ, ਕੋਈ ਚਾਹਤ ਪੈਦਾ ਹੋ ਗਈ ਕੁਛ ਬਣਨ ਦੀ, ਕੁਛ ਹੋਣ। ਅਜੋਕੇ ਸਮੇਂ 'ਚ ਚਾਹਤਾਂ ਬੱਚਿਆਂ 'ਚ ਬਹੁਤ ਜ਼ਿਆਦਾ ਪੈਦਾ ਕਰ ਰਹੇ ਹਨ। ਲੋਕ ਹੀ ਪੈਦਾ ਕਰਦੇ ਹਨ, ਮਾਤਾ ਪਿਤਾ। ਤੂੰ ਕੁਛ ਬਣ ਕੇ ਦਿਖਾਉਣਾ, ਤੂੰ ਕੁਛ ਹੋਣਾ ਹੈ। ਵਾਰ-ਵਾਰ ਕਹਿਣ ਦੇ ਨਾਲ ਉਹਨਾਂ ਦੇ ਅੰਦਰ ਇੱਕ ਵਾਸ਼ਨਾ ਪੈਦਾ ਹੋ ਜਾਏ। ਤਦੇ ਬੱਚੇ ਵੀ ਆਤਮ ਹੱਤਿਆ ਕਰ ਰਹੇ। ਬਚਪਨਾ ਬੱਚਿਆਂ ਦਾ ਖੋਇਆ ਜਾ ਰਿਹਾ ਹੈ। ਜਿਹੜੀ ਮਾਨਸਿਕ ਪਰੇਸ਼ਾਨੀ ਜਿਹੜੀ ਜਵਾਨੀ ਤੋਂ ਬਾਅਦ ਆਉਂਦੀ ਸੀ ਨਾ, ਅਜੋਕੇ ਸਮੇਂ 'ਚ ਬਚਪਨ 'ਚ ਆ ਰਹੀ ਹੈ। ਬੜੇ ਟੈਨਸ਼ਨ 'ਚ ਹਨ ਬੱਚੇ। ਤੇ ਬੱਚੇ ਦੇ ਅੰਦਰ ਪੈਦਾ ਕਰ ਦਿੱਤੀ ਤ੍ਰਿਸ਼ਨਾ, ਵਾਸ਼ਨਾ। ਤੂੰ ਕੁਛ ਹੋਣਾ ਹੈ, ਕੁਛ ਬਣਨਾ ਹੈ, ਕੁਛ ਕਰਕੇ ਦਿਖਾਉਣਾ ਹੈ, ਆਪਣੇ ਪਰਿਵਾਰ ਦੀ ਇੱਜ਼ਤ ਰੱਖਣੀ, ਆਪਣੇ ਧਰਮ ਵਾਸਤੇ ਜੀਣਾ, ਕੁਛ ਕਰਨਾ ਹੈ। ਤੇ ਜਦੋਂ ਤ੍ਰਿਸ਼ਨਾ ਪੈਦਾ ਹੋ ਗਈ, ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਪਾਉ ਦੂਜਾ ਲਾਇ, ਪਾਉ ਬਾਹਰ ਲਾਇ। ਧਿਆਨ ਬਾਹਰ ਸੰਸਾਰ ਦੇ ਵਿੱਚ ਭਟਕ ਗਿਆ। ਅੰਦਰੋਂ ਉਹਦੀ ਲਿਵ ਟੁੱਟ ਗਈ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਏ। ਗੁਰੂ ਦੀ ਕਿਰਪਾ ਦੁਆਰਾ ਜਿਨ੍ਹਾਂ ਨੂੰ ਲਿਵ ਲੱਗ ਗਈ, ਫੇਰ ਉਹਨਾਂ ਨੇ ਵਿੱਚੇ ਹੀ ਮਾਇਆ ਦੇ ਫਿਰ ਉਸ ਲਿਵ ਨੂੰ ਪਾ ਲਿਆ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਏਕੋ ਜਿਹੀ, ਕਰਤੇ ਖੇਲ ਰਚਾਇਆ। ਜਦੋਂ ਬੱਚਾ ਮਾਂ ਦੇ ਉਦਰ ਦੇ ਵਿੱਚ ਲਿਵ ਲਾ ਸਕਦਾ ਹੈ ਤੇ ਉਸ ਅਗਨ ਤੋਂ ਬਚ ਸਕਦਾ ਹੈ, ਜਿਹੜੀ ਅਗਨ ਤੋਂ ਆਦਮੀ ਬਚ ਨਹੀਂ ਸਕਦਾ। ਇੰਨੀ ਗਰਮੈਸ਼ ਦੇ ਵਿੱਚ ਆਦਮੀ ਰਹਿ ਨਹੀਂ ਸਕਦਾ, ਬੱਚਾ ਰਹਿੰਦਾ। ਇਵੇਂ ਹੀ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੇ ਵਿੱਚ ਵੀ ਐਸੇ ਗੁਰਮੁਖ ਪਿਆਰੇ ਹਨ, ਵਿੱਚੇ ਮਾਇਆ। ਹੁਣ ਇਹ ਸੰਸਾਰ ਤੋਂ ਬਾਹਰ ਤਾਂ ਕੋਈ ਜਾ ਨਹੀਂ ਸਕਦਾ। ਜਿਵੇਂ ਮਾਂ ਦੇ ਗਰਭ ਤੋਂ ਬੱਚਾ ਬਾਹਰ ਨਹੀਂ ਰਹਿ ਸਕਦਾ, ਉਹਦੇ ਵਿੱਚ ਹੀ ਪਲਣਾ ਹੈ। ਇੱਦਾਂ ਹੀ ਆਪਣੀ ਪਰਵਰਿਸ਼ ਵੀ ਜਿਹੜੀ ਹੈ ਇਹ ਸੰਸਾਰ ਦੇ ਵਿੱਚ ਹੀ ਹੋਣੀ ਹੈ ਨਾ, ਸਰੀਰਿਕ। ਜੇ ਛੱਡ ਕੇ ਵੀ ਜਾਵਾਂਗੇ ਤਾਂ ਕਿੱਥੇ ਜਾਵਾਂਗੇ? ਉੱਥੇ ਵੀ ਰੋਜੀ ਰੋਟੀ ਤਾਂ ਚਾਹੀਦੀ ਹੈ, ਖਾਣ ਨੂੰ ਚਾਹੀਦਾ, ਰਹਿਣ ਨੂੰ ਚਾਹੀਦਾ। ਵਿੱਚੇ ਹੀ ਸੰਸਾਰ ਦੇ ਰਹਿੰਦਿਆਂ ਹੋਇਆਂ ਜਿਵੇਂ ਬੱਚਾ ਧਿਆਨ ਮੁਕਤ ਹੋ ਗਿਆ, ਸੰਸਾਰ ਤੋਂ ਹੋਇਆ ਸੀ। ਬੱਚਾ ਅਚੇਤਨ ਸੀ, ਖਿਆਲ ਵਿੱਚ ਰੱਖਿਓ। ਬੱਚੇ ਦੀ ਤੇ ਲਿਵ ਲੱਗੀ ਹੋਈ ਸੀ, ਪਰ ਅਚੇਤਨ ਸੀ, ਸਹਿਜ ਸੁਭਾਏ ਸੀ। ਤੇ ਉਹਦੀ ਲਿਵ ਸੰਸਾਰ ਦੀ ਮੋਹ ਮਾਇਆ ਕਰਕੇ ਟੁੱਟ ਗਈ। ਪਰ ਜਦੋਂ ਦੁਬਾਰਾ ਫਿਰ ਲਿਵ ਲੱਗਦੀ ਹੈ ਨਾ, ਫਿਰ ਉਹ ਜਾਣਦਾ ਹੈ ਕਿ ਲਿਵ ਟੁੱਟੀ ਦੇ ਨਾਲ ਕਿੰਨਾ ਪਰੇਸ਼ਾਨ ਹੋਇਆ ਸੀ ਮੈਂ, ਕਿੰਨਾ ਦੁਖੀ ਹੋਇਆ ਸੀ। ਬੱਚੇ ਨੂੰ ਤੇ ਇਹ ਬੋਧ ਨਹੀਂ ਹੈ ਨਾ। ਤੇ ਦੁਬਾਰਾ ਜਦੋਂ ਗਿਆਨ ਹੁੰਦਾ ਹੈ ਨਾ, ਉਦੋਂ ਇੱਕ ਨਵਾਂ ਬੋਧ ਹੁੰਦਾ ਹੈ।
ਗਿਆਨ ਹੁੰਦਾ ਹੈ। ਇਵੇਂ ਸਮਝ ਲਓ ਤੁਸੀਂ, ਬੱਚਾ ਥੱਲੇ ਖੜਾ ਹੈ ਤੇ ਗਿਆਨਵਾਨ ਪੁਰਸ਼, ਪਰਮ ਪੁਰਸ਼, ਪਰਮ ਪਦ ਤੇ ਬਿਰਾਜਮਾਨ ਉੱਪਰ ਖੜਾ ਹੈ। ਦੋਵੇਂ ਹੀ ਇੱਕੋ ਸਥਿਤੀ ਦੇ ਵਿੱਚ ਹਨ। ਅੰਦਰ ਗਰਭ ਦੇ ਵਿੱਚ ਬੱਚਾ ਵੀ ਲਿਵ ਲੱਗੀ ਹੋਈ, ਪਰਮ ਪੁਰਖ ਦੀ ਵੀ ਲਿਵ ਲੱਗੀ ਹੋਈ, ਪਰ ਬੱਚਾ ਜੇ ਭਟਕ ਸਕਦਾ ਹੈ। ਜਿਵੇਂ ਆਪਾਂ ਪਹਾੜ 'ਤੇ ਖੜ੍ਹੇ ਹੁੰਦੇ ਹਾਂ ਨਾ, ਉੱਪਰ ਖੜ੍ਹ ਜਾਈਏ ਪਹਾੜ ਦੇ ਤੋਂ ਥੱਲੜੀਆਂ ਸਾਰੀਆਂ ਸੜਕਾਂ ਨਜ਼ਰ ਆਉਂਦੀਆਂ, ਅਤੇ ਜਿਹੜਾ ਥੱਲੇ ਖੜ੍ਹਾ ਹੈ ਉਹ ਵੀ ਉੱਥੇ ਹੀ ਖੜ੍ਹਾ ਹੈ, ਉਹਨੂੰ ਵੀ ਨਜ਼ਰ ਆ ਰਿਹਾ, ਪਰ ਉਹ ਥੱਲੇ ਹੈ। ਪਰਮ ਪੁਰਸ਼ ਨੇ ਸੰਸਾਰ ਨੂੰ ਜਾਣ ਲਿਆ, ਦੁੱਖ ਭੋਗਿਆ, ਦੇਖਿਆ, ਸਾਰਾ ਕੁਛ ਕੀਤਾ, ਇਸ ਅਗਨ ਦੇ ਵਿੱਚ ਤਪਿਆ, ਸੜਿਆ, ਜਾਣਿਆ ਵੀ ਇਹ ਅਗਨ ਜਿਹੜੀ ਹੈ ਬਹੁਤ ਸਾੜਦੀ ਹੈ, ਬਹੁਤ ਤਪਾਉਂਦੀ ਹੈ, ਬਹੁਤ ਤੜਫਾਉਂਦੀ ਹੈ, ਬੇਚੈਨ ਕਰਦੀ ਹੈ। ਫਿਰ ਇਸ ਅਗਨ ਤੋਂ ਉਹ ਬਾਹਰ ਨਿਕਲਿਆ, ਉਹਨੂੰ ਗਿਆਨ ਹੋਇਆ ਵੀ ਸੰਸਾਰ ਦੁੱਖ ਰੂਪ ਹੈ, ਨਾਨਕ ਦੁਖੀਆ ਸਭ ਸੰਸਾਰ। ਫਰੀਦਾ ਉੱਚੇ ਚੜ੍ਹ ਕੇ ਦੇਖਿਆ, ਘਰ ਘਰ ਇਹ ਅੱਗ। ਦੇਖ ਲਿਆ ਉੱਚੇ ਚੜ੍ਹ ਕੇ, ਫਰੀਦ ਜੀ ਕਹਿੰਦੇ ਹਨ ਵੀ ਘਰ ਘਰ ਇਹ ਅੱਗ ਆ, ਹੁਣ ਮੈਂ ਅੱਗ 'ਚ ਨਹੀਂ ਫਸਣਾ। ਫਿਰ ਉਹ ਅੱਗ 'ਚ ਜਾਂਦਾ ਨਹੀਂ ਹੈ। ਤੁਸੀਂ ਦੇਖਿਆ ਨਾ, ਬੱਚੇ ਇੱਕ ਵਾਰ ਅੱਗ 'ਚ ਹੱਥ ਸੜ ਜਾਵੇ, ਦੁਬਾਰਾ ਉੱਧਰ ਜਾਂਦਾ ਨਹੀਂ ਹੈ, ਪਤਾ ਲੱਗ ਗਿਆ ਨਾ। ਇਵੇਂ ਹੀ ਜਿਹਨੂੰ ਪਤਾ ਲੱਗ ਜਾਂਦਾ ਹੈ ਵੀ ਸੰਸਾਰ ਅਗਨ ਰੂਪ ਹੈ ਅਤੇ ਤ੍ਰਿਸ਼ਨਾ ਦੀ, ਵਾਸ਼ਨਾ ਦੀ, ਕਾਮਨਾ ਦੀ ਅੱਗ ਬਲ ਰਹੀ ਹੈ, ਫਿਰ ਉਹ ਦੁਬਾਰਾ ਅੱਗ 'ਚ ਜਾਂਦਾ ਨਹੀਂ। ਗੁਰ ਪ੍ਰਸਾਦ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਉਹਨਾਂ ਨੇ ਵਿੱਚੇ ਹੀ ਮਾਇਆ ਦੇ ਰਹਿੰਦਿਆਂ ਹੋਇਆਂ ਪਰਮਾਤਮਾ ਨੂੰ ਪਾਇਆ ਹੈ। ਸੰਸਾਰ ਨੂੰ ਤਿਆਗਿਆ ਨਹੀਂ ਹੈ, ਵਿੱਚੇ ਮਾਇਆ ਪਾਇਆ, ਵਿੱਚੇ ਹੀ ਸੰਸਾਰ ਦੇ ਰਹਿੰਦਿਆਂ ਹੋਇਆਂ। ਜਿਵੇਂ ਬੱਚਾ ਬਾਹਰੋਂ ਧਿਆਨ ਮੁਕਤ ਸੀ ਨਾ, ਬੱਚੇ ਦਾ ਨਾ ਅੱਖਾਂ ਵੱਲ ਧਿਆਨ ਸੀ, ਕਿਉਂਕਿ ਦੇਖ ਕੁਛ ਨਹੀਂ ਸੀ ਰਿਹਾ, ਨਾ ਕੰਨਾਂ ਵੱਲ ਧਿਆਨ ਸੀ, ਸੁਣ ਕੁਛ ਨਹੀਂ ਸੀ ਰਿਹਾ, ਕਿਸੇ ਇੰਦਰੀ ਵੱਲ ਧਿਆਨ ਨਹੀਂ ਸੀ, ਸਭ ਦਰਵਾਜ਼ੇ ਇੰਦਰੀਆਂ ਦੇ ਬੰਦ ਸੀ, ਬੁੱਧੀ ਪੈਦਾ ਨਹੀਂ ਸੀ ਹੋਈ, ਮਨ ਵਿਚਾਰ ਨਹੀਂ ਸੀ ਰਿਹਾ, ਕੁਛ ਸੋਚ ਨਹੀਂ ਸੀ ਰਿਹਾ, ਅਤੇ ਸਹਿਜ ਸੀ, ਲਿਵ ਲੱਗੀ ਹੋਈ ਸੀ। ਅਤੇ ਲਿਵ ਟੁੱਟੀ ਕਿਵੇਂ? ਲਿਵ ਟੁੱਟ ਗਈ, ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤ੍ਰਿਸ਼ਨਾ ਕਰਕੇ, ਵਾਸ਼ਨਾ ਕਰਕੇ, ਚਾਹਤ ਕਰਕੇ ਲਿਵ ਟੁੱਟ ਗਈ। ਇਸੇ ਕਰਕੇ ਕਿਹਾ ਜਾਂਦਾ ਨਾ, ਚਾਹਤ ਛੱਡੋ, ਵਾਸ਼ਨਾ ਛੱਡੋ। ਇਹ ਮਾਇਆ ਜਿਤ ਹਰ ਵਿਸਰ, ਮੋਹ ਉਪਜੇ ਪਾਉ। ਮੋਹ ਕਰਕੇ, ਮਮਤਾ ਕਰਕੇ ਬਾਹਰ ਚਿੱਤ ਲੱਗ ਗਿਆ, ਬਾਹਰ ਜੁੜ ਗਏ, ਅਤੇ ਬਾਹਰੋਂ ਧਿਆਨ ਹਟਾਉਣ ਦੇ ਦੋ ਢੰਗ ਹਨ, ਦੋ ਤਰੀਕੇ ਹਨ। ਫਿਰ ਦੁਬਾਰਾ ਅਗਰ ਲਿਵ ਲਾਉਣੀ ਹੈ ਤੁਸੀਂ, ਤਦੇ ਮੈਂ ਕਹਿੰਦਾ ਹਾਂ ਨਾ, ਉਹ ਦਰਵਾਜ਼ੇ ਨੂੰ ਤੁਸੀਂ ਜਾਣਦੇ ਹੋ, ਉੱਥੋਂ ਹੀ ਤਾਂ ਤੁਸੀਂ ਆਏ ਹੋ, ਉਸ ਘਰ ਤੋਂ ਹੀ ਤਾਂ ਤੁਸੀਂ ਆਏ। ਲਿਵ ਤਾਂ ਪਹਿਲਾਂ ਵੀ ਲੱਗੀ ਸੀ, ਤੁਸੀਂ ਜਾਣਦੇ ਹੀ ਹੋ। ਅਤੇ ਫਿਰ ਦੁਬਾਰਾ ਲਿਵ ਲਾਉਣ ਵਾਸਤੇ ਧਿਆਨ ਹਟਾਉਣਾ ਹੈ, ਸੁਰਤ ਨੂੰ ਫਿਰ ਇਕਾਗਰ ਕਰਨਾ ਹੈ ਆਪਣੇ ਅੰਦਰ। ਕਹਿੰਦੇ ਹਨ ਮਨੋਵਿਗਿਆਨਿਕ ਵੀ ਜੋ ਬਾਹਰ ਸੁੱਖ ਭਾਲਦਾ ਹੈ ਨਾ ਆਦਮੀ, ਉਹ ਹੀ ਸੁੱਖ ਭਾਲ ਰਿਹਾ ਹੈ ਜੋ ਉਹਨੇ ਗਰਭ ਦੇ ਵਿੱਚ ਸੁੱਖ ਜਾਣਿਆ ਸੀ।
ਕਹਿੰਦੇ ਗਰਭ ਦੇ ਵਿੱਚ ਬੱਚਾ ਬਹੁਤ ਸੁਖੀ ਹੁੰਦਾ, ਕਿਉਂਕਿ ਟੈਨਸ਼ਨ ਹੀ ਕੋਈ ਨਹੀਂ, ਚਿੰਤਾ ਹੀ ਕੋਈ ਨਹੀਂ, ਖਾਣ ਦੀ ਵੀ ਚਿੰਤਾ ਨਹੀਂ ਹੈ, ਪਚਾਉਣ ਦੀ ਵੀ ਚਿੰਤਾ ਨਹੀਂ, ਖਾਂਦੇ ਵੀ ਮਾਂ ਹੈ, ਪਚਾਉਂਦੀ ਵੀ ਮਾਂ ਹੈ, ਤੇ ਬਿਲਕੁਲ ਚਿੰਤਾ ਮੁਕਤ, ਤਦੇ ਲਿਵ ਲੱਗੀ ਹੋਈ ਨਿਸ਼ਚਿੰਤ। ਵੈਸਾ ਹੀ ਕਹਿੰਦੇ ਆਦਮੀ ਬਾਹਰ ਸੰਸਾਰ ਦੇ ਵਿੱਚ ਵੀ ਵੈਸੇ ਹੀ ਸੁਰੱਖਿਅਤ ਪਾਲਦਾ ਹੈ, ਵੀ ਮੈਂ ਬਿਲਕੁਲ ਸੁਰੱਖਿਅਤ ਹੋ ਜਾਵਾਂ, ਕੋਈ ਵੀ ਚਿੰਤਾ ਨਾ ਹੋਵੇ ਖਾਣ ਦੀ, ਰਹਿਣ। ਇਸੇ ਕਰਕੇ ਜਦੋਂ ਬੱਚਾ ਬਾਹਰ ਆਉਂਦਾ ਤੇ ਰੋਂਦਾ ਹੈ, ਲਿਵ ਟੁੱਟ ਗਈ, ਮੋਹ ਮਾਇਆ ਦੇ ਵਿੱਚ ਆ ਗਈ, ਹੁਣ ਫਸੂ, ਤੇ ਰੋਣਾ ਤਾਂ ਸੁਭਾਵਿਕ ਹੀ। ਪਰ ਫਸਣਾ ਵੀ ਜ਼ਰੂਰੀ ਹੈ, ਜਾਣਨ ਵਾਸਤੇ ਵੀ ਫਸ ਕੇ ਮਿਲਦਾ ਕੀ। ਅਗਰ ਤੁਸੀਂ ਫਸੇ ਨਾ ਹੋਵੋ ਤਾਂ ਤੁਹਾਨੂੰ ਪਤਾ ਕਿਵੇਂ ਲੱਗੇ ਵੀ ਫਸ ਕੇ ਕੀ ਮਿਲਦਾ ਹੈ। ਦੁੱਖ ਮਿਲਦਾ ਹੈ, ਕਲੇਸ਼ ਮਿਲਦਾ ਹੈ, ਚਿੰਤਾਵਾਂ ਮਿਲਦੀਆਂ, ਭੈ ਮਿਲਦਾ ਹੈ, ਡਰ ਮਿਲਦਾ, ਕਿੰਨਾ ਕੁਛ ਮਿਲਦਾ, ਦੁੱਖ ਹੀ ਦੁੱਖ ਮਿਲਦਾ। ਫਿਰ ਜਦੋਂ ਦੁੱਖ ਮਿਲਦਾ ਹੈ ਤਾਂ ਆਪਾਂ ਦੁੱਖ ਤੋਂ ਛੁਟਕਾਰੇ ਦਾ ਉਪਾਅ ਪੁੱਛਦੇ ਹਾਂ, ਅਤੇ ਛੁਟਕਾਰੇ ਦਾ ਉਪਾਅ ਇਹੋ ਹੀ ਹੈ, ਫਿਰ ਲਿਵ ਲਾਉਣ। ਅਤੇ ਲਿਵ ਲਾਉਣ ਦਾ ਇੱਕ ਹੈ ਢੰਗ, ਪ੍ਰਭੂ ਭਗਤੀ, ਪ੍ਰੇਮਾ ਭਗਤੀ। ਜਿਵੇਂ ਆਹ ਕਿਸੇ ਨੇ ਉੱਤੇ ਸ਼ਬਦ ਭੇਜਿਆ ਹੈ, ਪ੍ਰਭ ਕੀ ਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਹਿੰਗੇ, ਹਮ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵਹਿੰਗੇ। ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਤੇ ਇਹਨਾਂ ਦਾ ਮਾਰਗ ਭਗਤੀ ਦਾ ਮਾਰਗ ਸੀ। ਇਹਨਾਂ ਨੇ ਗੁਰੂ ਨੂੰ ਪ੍ਰੇਮ ਕੀਤਾ ਹੈ, ਗੁਰੂ 'ਤੇ ਸ਼ਰਧਾ ਕੀਤੀ, ਗੁਰੂ 'ਤੇ ਭਾਵਨਾ ਕੀਤੀ। ਇਹਨਾਂ ਨੇ ਭਾਵਨਾ ਦੁਆਰਾ ਪਾਇਆ ਹੈ। ਤੁਸੀਂ ਦੇਖਿਆ ਹੈ ਨਾ, ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਰਾਮਦਾਸ ਜੀ ਜਦੋਂ ਰਹਿੰਦੇ ਹੁੰਦੇ ਸਨ ਗੁਰੂ ਅਮਰਦਾਸ ਜੀ ਕੋਲ, ਬਚਪਨ 'ਚ ਹੀ ਆ ਗਏ ਸਨ, ਛੋਟੀ ਉਮਰ ਦੇ ਵਿੱਚ, ਤੇ ਬਹੁਤ ਸੇਵਾ ਭਾਵਨਾ ਸੀ। ਜਿੱਧਰ ਵੀ ਇਸ਼ਾਰਾ ਕਰਨਾ ਗੁਰੂ ਨੇ ਉੱਦਾਂ ਹੀ, ਜੋ ਵੀ ਸਤ ਬਚਨ। ਤਦੇ ਗੁਰੂ ਦੇ ਬਖਸ਼ਿਸ਼ ਦੇ ਪਾਤਰ ਬਣੇ ਨਾ, ਪਾਤਰ ਹੀ ਉਹ ਬਣਦਾ ਹੈ ਬਖਸ਼ਿਸ਼। ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਹੋ ਮੇਰਾ ਸਾਰਾ ਕੁਛ, ਹਮ ਬਾਰਕ ਮੁਗਦੇ ਆਣ, ਪਿਤਾ ਸਮਝਾਵਹਿੰਗੇ, ਸੁਤ ਖਿਨ ਖਿਨ ਭੂਲ ਵਿਕਾਰ, ਜਗਤ ਪਿਤ ਭਾਵਹਿੰਗੇ। ਜੋ ਹਰ ਸੁਆਮੀ ਤੁਮ ਦੇਹੁ, ਸੋਈ ਹਮ ਪਾਵਹਿੰਗੇ, ਮੋਹਿ ਦੂਜੀ ਨਾਹੀ ਠੌਰ, ਜਿਸ ਪੈ ਹਮ ਜਾਵਹਿੰਗੇ। ਕਹਿੰਦੇ ਹੋਰ ਮੈਂ ਕਿਤੇ ਨਹੀਂ ਜਾ ਸਕਦਾ, ਮੈਨੂੰ ਟਿਕਾਣਾ ਹੀ ਨਹੀਂ, ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰਾ ਮਾਤਾ ਹੈ, ਤੂੰ ਹੀ ਮੇਰਾ ਸਭ ਕੁਝ ਹੀ ਹੈ, ਆਪਣਾ ਸਭ ਕੁਝ ਹੀ ਸਮਰਪਿਤ ਕਰ ਦਿੱਤਾ। ਜਦੋਂ ਕਹਿੰਦੇ ਗੁਰੂ ਅਮਰਦਾਸ ਜੀ ਦੇ ਮਹਿਲ ਉਹਨਾਂ ਦੀ ਸੁਪਤਨੀ ਨੇ ਕਿਹਾ ਸੀ ਵੀ ਆਪਣੀ ਸੁਪੁੱਤਰੀ ਦੀ ਸ਼ਾਦੀ ਕਰਨੀ ਹੈ, ਜਵਾਨ ਹੋ ਚੁੱਕੀ, ਤੁਹਾਨੂੰ ਕੋਈ ਚਿੰਤਾ ਹੀ ਨਹੀਂ ਹੈ, ਕਿਸੇ ਲੜਕੇ ਨੂੰ ਦੇਖੋ, ਕੋਈ ਵਾਰ ਲੱਭੋ, ਇਹਦੀ ਆਪਾਂ ਸ਼ਾਦੀ ਕਰ ਦਈਏ। ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਕੈਸਾ ਚਾਹੀਦਾ ਹੈ ਤੈਨੂੰ। ਉਹ ਕਹਿੰਦੇ ਵੀ ਜੈਸਾ ਉਹ ਸਾਹਮਣੇ ਹੈ ਰਾਮਦਾਸ, ਉਦੋਂ ਰਾਮੂ ਕਹਿੰਦੇ ਹੁਣ ਕਿੰਨਾ ਪਿਆਰਾ ਹੋਊਗਾ ਵੀ ਹੋਰ ਇੰਨੇ ਸੇਵਾਦਾਰ ਉੱਥੇ ਸੇਵਾ ਕਰਦੇ ਹੋਣਗੇ,
ਉਹਨਾਂ ਦੀ ਕਿਤੇ ਨਿਗਾਹ ਨਹੀਂ ਗਈ। ਉਹ ਸਭ ਤੋਂ ਪਿਆਰੇ ਹੋਣਗੇ। ਕਹਿੰਦੇ ਉਹਦੇ ਵਰਗਾ ਚਾਹੀਦਾ। ਗੁਰੂ ਸਾਹਿਬ ਜੀ ਕਹਿੰਦੇ ਉਹਦੇ ਵਰਗਾ ਤੇ ਉਹੋ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਰਾਮਦਾਸ ਗੁਰ ਜਿਨ ਸਿਰੇ ਆਤਨੇ ਸਵਾਰੇ। ਇੱਕ ਤੇ ਹੈ ਇਹ ਪ੍ਰੇਮਾ ਭਗਤੀ, ਆਪਣੇ ਗੁਰੂ ਤੇ ਪੂਰਾ ਦਾ ਪੂਰਾ ਹੀ ਨਿਸ਼ਾਵਰ ਹੋ ਜਾਣਾ। ਗੁਰੂ ਦੇ ਨਾਲ ਹੁੰਦੀ ਹੈ ਅੰਦਰੋਂ ਸ਼ਰਧਾ, ਪ੍ਰੇਮ ਭਾਵਨਾ। ਤੇ ਗੁਰੂ ਦੇ ਨਾਲ ਜਦੋਂ ਜੁੜ ਜਾਂਦਾ ਹੈ ਨਾ ਭਗਤ, ਪ੍ਰੇਮੀ ਸਿੱਖ, ਉਦੋਂ ਉਹਦਾ ਮੋਹ ਮਾਇਆ ਤੋਂ ਛੁਟਕਾਰਾ ਹੋ ਜਾਂਦਾ ਤਾਂ ਉਹਦੀ ਲਿਵ ਲੱਗ ਜਾਂਦੀ। ਤੇ ਇੱਕ ਤੇ ਹੈ ਪ੍ਰੇਮ ਦਾ ਮਾਰਗ। ਪ੍ਰੇਮ ਗੁਰੂ ਦੇ ਵਿੱਚ ਲੱਗ ਗਿਆ, ਗੁਰੂ ਰਾਮਦਾਸ ਜੀ ਦਾ, ਤੇ ਬਾਹਰ ਸੰਸਾਰ ਨਾਲੋਂ ਮੋਹ ਮਾਇਆ ਨਾਲੋਂ ਮੋਹ ਟੁੱਟ ਗਿਆ, ਧਿਆਨ ਟੁੱਟ ਗਿਆ, ਲਿਵ ਟੁੱਟ ਗਈ ਸੰਸਾਰ ਨਾਲ ਤੇ ਗੁਰੂ ਦੇ ਨਾਲ ਲਿਵ ਜੁੜ ਗਈ। ਗੁਰੂ ਦੇ ਨਾਲ ਜੁੜ ਗਈ ਕਿ ਪਰਮਾਤਮਾ ਨੇ ਨਾਲ ਜੁੜ ਗਈ, ਇੱਕੋ ਹੀ ਬਰਾਬਰ। ਕਿਉਂਕਿ ਗੁਰੂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਤੇ ਉਹ ਗੁਰੂ ਦੇ ਨਾਲ ਜੁੜ ਗਏ ਤੇ ਫਿਰ ਇੱਕੋ ਹੀ ਹੋ ਗਏ ਨਾ। ਗੁਰੂ ਸ਼ਿਸ਼, ਸ਼ਿਸ਼ ਗੁਰੂ ਹੈ। ਫਿਰ ਗੁਰੂ ਪਰਮਾਤਮਾ, ਪਰਮਾਤਮਾ ਗੁਰੂ ਹੈ, ਸਭ ਇੱਕ ਹੋ ਜਾਂਦਾ ਹੈ ਉੱਥੇ ਜਾ ਕੇ। ਤੇ ਇੱਕ ਹੈ ਇਹ ਪ੍ਰੇਮਾ ਭਗਤੀ, ਆਪਣੇ ਗੁਰੂ ਦੇ ਨਾਲ ਚਿੱਤ ਲੱਗ ਗਿਆ ਤੇ ਸੰਸਾਰ ਨਾਲੋਂ ਚਿੱਤ ਹਟ ਗਿਆ। ਆਪਣੇ ਗੁਰੂ ਦੇ ਨਾਲ ਲਿਵ ਲੱਗ ਗਈ ਤੇ ਸੰਸਾਰ ਨਾਲੋਂ ਲਿਵ ਸਹਿਜੇ ਹੀ ਟੁੱਟ ਜਾਂਦੀ, ਤੋੜਨੀ ਨਹੀਂ ਪੈਂਦੀ। ਪ੍ਰੇਮ ਤੋੜ ਲੈਂਦਾ, ਪ੍ਰੇਮ ਮੋਹ ਨੂੰ ਤੋੜ ਦਿੰਦਾ ਹੈ। ਤੇ ਪ੍ਰੇਮ ਮੁਕਤ ਹੁੰਦਾ ਹੈ, ਖਿਆਲ ਵਿੱਚ ਰੱਖਿਓ। ਮੋਹ ਨਾਲ ਬੰਧਨ ਹੁੰਦਾ ਹੈ, ਮੋਹ ਬਾਹਰੋਂ ਹੁੰਦਾ ਹੈ, ਪ੍ਰੇਮ ਅੰਦਰੋਂ ਹੁੰਦਾ ਹੈ। ਇਸ ਕਰਕੇ ਗੁਰੂ ਜਿਹੜਾ ਹੈ ਆਪਣੇ ਸ਼ਬਦ ਦੁਆਰਾ ਹੀ ਜੋੜਦਾ ਹੈ। ਕੋਈ ਐਕਟਿੰਗ ਕਰਕੇ ਆਪਣੇ ਸਰੀਰ ਦੇ ਨਾਲ ਨਹੀਂ ਜੋੜਦਾ ਹੈ ਵੀ ਆਪਣੀਆਂ ਫੋਟੋਆਂ ਭੇਜ ਰਿਹਾ ਹੈ ਮੇਰੇ ਸਰੀਰ ਨੂੰ ਦੇਖੋ, ਜਾਂ ਕੁਛ ਨਾਟਕ ਕਰਦਾ ਹੈ ਵੀ ਮੇਰੇ ਸਰੀਰ ਨਾਲ ਜੁੜ ਜਾਣਾ। ਗੁਰੂ ਸ਼ਬਦ ਦੇ ਨਾਲ ਜੋੜਦਾ ਹੈ, ਸ਼ਬਦ ਦੁਆਰਾ ਜੋੜਦਾ ਹੈ ਤਾਂ ਕਿ ਅੰਦਰ ਜੁੜਨ। ਤੇ ਗੁਰੂ ਦੇ ਨਾਲ ਉਹਨਾਂ ਦਾ ਪ੍ਰੇਮ ਹੁੰਦਾ ਹੈ ਅੰਦਰੋਂ ਤੇ ਬਾਹਰੋਂ ਸੰਸਾਰ ਨਾਲੋਂ ਮੋਹ ਟੁੱਟ ਜਾਂਦਾ। ਇਹ ਹੈ ਭਗਤੀ ਮਾਰਗ। ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਤੇ ਉਹਨਾਂ ਦੇ ਅੰਦਰੋਂ ਹੀ ਆਇਆ ਹੋਇਆ ਹੈ।